ਹੈਲੋ ਸਟੂਡੈਂਟਸ, ਅੱਜ ਦੇ ਲੈਕਚਰ 'ਚ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਟੌਪਿਕ ਹੈ ਜੀ ਕਲਚ ਪਲੇਟ ਕੰਸਟਰਕਸ਼ਨ। ਬਈ ਕਲਚ ਦੇ ਵਿੱਚ ਅਸੀਂ ਇਹ ਤੱਕ ਦੋ ਤਰ੍ਹਾਂ ਦੇ ਕਲਚ ਪੜ੍ਹੇ ਨੇ, ਤਿੰਨ ਤਰ੍ਹਾਂ ਦੇ ਕਲਚ ਪੜ੍ਹੇ ਨੇ: ਕੋਨ ਕਲਚ, ਸਿੰਗਲ ਪਲੇਟ ਕਲਚ ਅਤੇ ਮਲਟੀ ਪਲੇਟ ਕਲਚ। ਕੋਨ ਕਲਚ ਤੇ ਇੱਕ ਅਲੱਗ ਹੀ ਟਾਈਪ ਸੀਗੀ। ਸਿੰਗਲ ਪਲੇਟ ਕਲਚ ਅਤੇ ਮਲਟੀ ਪਲੇਟ ਕਲਚ ਦੋਨੋਂ ਜਿਹੜੀਆਂ ਸੀਗੀਆਂ ਡਿਸਕ ਕਲਚ ਦੀਆਂ ਟਾਈਪ ਸੀਗੀਆਂ। ਉਹਦੇ 'ਚ ਅਸੀਂ ਕੀ ਡਿਸਕਸ ਕੀਤਾ ਸੀਗਾ ਵੀ ਇੱਕ ਕਲਚ ਪਲੇਟ ਅਸੀਂ ਸਿੰਗਲ ਪਲੇਟ ਕਲਚ ਯੂਜ਼ ਕਰਦੇ ਪਏ ਹਾਂ, ਮਲਟੀ ਪਲੇਟ ਕਲਚ ਦੇ ਵਿੱਚ ਅਸੀਂ ਇੱਕ ਤੋਂ ਜ਼ਿਆਦਾ ਕਲਚ ਪਲੇਟਾਂ ਯੂਜ਼ ਕਰਦੇ ਪਏ ਹਾਂ। ਉਹ ਜਿਹੜੀ ਕਲਚ ਪਲੇਟ ਅਸੀਂ ਯੂਜ਼ ਕਰਦੇ ਹਾਂ ਕਲਚ ਦੇ ਵਿੱਚ, ਚਾਹੇ ਉਹ ਸਿੰਗਲ ਪਲੇਟ ਕਲਚ ਹੈ ਚਾਹੇ ਉਹ ਮਲਟੀ ਪਲੇਟ ਕਲਚ ਹੈ, ਉਹ ਕਲਚ ਪਲੇਟ ਦੀ ਕੰਸਟਰਕਸ਼ਨ ਕਿੱਦਾਂ ਹੈ, ਉਹ ਕਲਚ ਪਲੇਟ ਬਣਦੀ ਕਿੱਦਾਂ ਹੈ, ਉਸ ਕਲਚ ਪਲੇਟ ਨੂੰ ਉਹਦੇ 'ਚ ਕਿਹੜੇ ਕਿਹੜੇ ਪਾਰਟਸ ਲੱਗੇ ਨੇ, ਕਿੱਦਾਂ ਕਿੱਦਾਂ ਲੱਗੇ ਨੇ, ਕੀ ਉਹਨਾਂ ਦਾ ਕੰਮ ਹੈ, ਕੀ ਮਟੀਰੀਅਲ ਹੈ, ਉਹਦੇ ਬਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਨਾ। ਸੋ ਕੀ ਕਹਿੰਦੇ ਆ, ਕਲਚ ਪਲੇਟ ਇਜ਼ ਦੀ ਮੋਸਟ ਇੰਪੋਰਟੈਂਟ ਕੰਪੋਨੈਂਟ ਆਫ ਏ ਫ੍ਰਿਕਸ਼ਨ ਕਲਚ। ਜੇ ਅਸੀਂ ਕਿਸੇ ਵੀ ਫ੍ਰਿਕਸ਼ਨ ਕਲਚ ਦੀ ਗੱਲ ਕਰਦੇ ਹਾਂ ਤਾਂ ਕਲਚ ਪਲੇਟ ਜਿਹੜੀ ਹੈ ਉਹਦੀ ਇੱਕ ਮੋਸਟ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਫ੍ਰਿਕਸ਼ਨ ਕਲਚ ਦਾ। ਅਲੱਗ ਅਲੱਗ ਤਰ੍ਹਾਂ ਦੇ ਕਲਚ ਨੇ, ਠੀਕ ਹੈ ਜੀ। ਫ੍ਰਿਕਸ਼ਨ ਕਲਚ ਦੇ ਵਿੱਚ ਉਹ ਕਲਚ ਜਿਹੜੇ ਫ੍ਰਿਕਸ਼ਨ ਦੇ ਪ੍ਰਿੰਸੀਪਲ 'ਤੇ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਜਿਹੜੀ ਕਲਚ ਪਲੇਟ ਹੈ ਉਹ ਇੱਕ ਕਾਫੀ ਇੰਪੋਰਟੈਂਟ ਜਿਹੜਾ ਪਾਰਟ ਹੈ ਕਿਸੇ ਵੀ ਕਲਚ ਦਾ। ਇਟਸ ਕੰਸਟਰਕਸ਼ਨ ਇਜ਼ ਆਫ ਮਚ ਇੰਪੋਰਟੈਂਟ ਟੂ ਡਿਸਕਸ। ਜੇ ਇੰਪੋਰਟੈਂਟ ਪਾਰਟ ਹੈ ਇਸ ਕਰਕੇ ਇਹਦੀ ਜਿਹੜੀ ਕੰਸਟਰਕਸ਼ਨ ਹੈ ਵੀ ਇਹਦੀ ਜਿਹੜੀ ਬਣਾਵਟ ਹੈ, ਇਹਦੀ ਜਿਹੜੀ ਬਣਤਰ ਹੈ, ਉਹਨੂੰ ਡਿਸਕਸ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਸਾਨੂੰ ਪਤਾ ਹੋਵੇ ਵੀ ਕਲਚ ਪਲੇਟ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਨੇ, ਕਿੱਦਾਂ ਉਹ ਕੰਮ ਕਰਦੇ ਨੇ, ਕੀ ਉਹਨਾਂ ਦਾ ਮਟੀਰੀਅਲ ਹੈ। ਦੀ ਸਿੰਪਲੈਸਟ ਕਲਚ ਪਲੇਟ ਮੇ ਬੀ ਏ ਸੋਲਿਡ ਸਟੀਲ ਡਿਸਕ ਵਿਦ ਸਪਲਾਈਡ ਸੈਂਟਰਲ ਹਬ। ਕਹਿੰਦੇ ਜੀ ਆਪਾਂ ਸਿੰਪਲ ਤੋਂ ਸਿੰਪਲ ਕਲਚ ਪਲੇਟ ਦੀ ਵੀ ਗੱਲ ਕਰੀਏ ਨਾ, ਅਤੇ ਉਹਦੇ 'ਚ ਕੀ ਹੋਏਗਾ, ਇੱਕ ਸੋਲਿਡ ਸਟੀਲ ਦੀ ਡਿਸਕ ਹੋਏਗੀ, ਠੀਕ ਹੈ। ਇੱਕ ਸਟੀਲ ਦੀ ਡਿਸਕ ਹੋਏਗੀ ਜਿਹੜੀ ਸੋਲਿਡ ਹੋਏਗੀ ਵਿਦ ਏ ਸਪਲਾਈਡ ਸੈਂਟਰਲ ਹਬ, ਅਤੇ ਉਹਦੇ ਸੈਂਟਰ 'ਤੇ ਜਿਹੜੀ ਹੱਬ ਹੋਏਗੀ ਨਾ, ਇਹ ਜਿਹੜੀ ਤੁਹਾਨੂੰ ਹੱਬ ਨਜ਼ਰ ਆ ਰਹੀ ਹੈ ਇਹ ਸਪਲਾਈਡ ਹੋਏਗੀ। ਸਪਲਾਈਡ ਮਤਲਬ ਇਹਦੇ ਅੰਦਰ ਟੀਥ ਕੱਟੇ ਹੋਣਗੇ, ਸਪਲਾਈਡ ਟੀਥ ਕੱਟੇ ਹੋਣਗੇ ਤਾਂ ਜੋ ਇਹਦੇ 'ਚ ਗੇਅਰ ਬਾਕਸ ਸ਼ਾਫਟ ਜਿਹੜੀ ਹੈ ਉਹ ਅਸੀਂ ਫਿੱਟ ਕਰ ਸਕੀਏ। ਇਹ ਵਾਲੀ ਜਿਹੜੀ ਹੱਬ ਹੈ ਇਹ ਸਪਲਾਈਡ ਹੋਣੀ ਚਾਹੀਦੀ ਹੈ। ਦੀ ਫ੍ਰਿਕਸ਼ਨ ਫੇਸਿੰਗ ਇਜ਼ ਈਦਰ ਰਿਵਟਡ ਟੂ ਇਟਸ ਫੇਸ ਔਰ ਬਾਈਂਡਿੰਗ ਬਾਏ ਰੇਜ਼ਿਨਸ। ਇਹ ਜਿਹੜਾ ਫ੍ਰਿਕਸ਼ਨ ਮਟੀਰੀਅਲ ਹੈ ਜਿਹੜਾ ਸਾਈਡ 'ਤੇ ਲੱਗਾ ਹੈ, ਇਹ ਦੇਖੋ ਪੂਰਾ ਫ੍ਰਿਕਸ਼ਨ ਮਟੀਰੀਅਲ। ਦੀ ਫ੍ਰਿਕਸ਼ਨ ਫੇਸਿੰਗ ਇਜ਼ ਈਦਰ ਰਿਵਟਡ, ਜਾਂ ਤਾਂ ਫ੍ਰਿਕਸ਼ਨ ਫੇਸਿੰਗ ਜਿਹੜੀ ਹੈ ਉਹਨੂੰ ਜਾਂ ਤਾਂ ਰਿਵਟ ਕੀਤਾ ਹੋਏਗਾ ਉਹਦੇ ਫੇਸ ਦੇ ਨਾਲ, ਔਰ ਬਾਈਂਡਡ ਬਾਏ ਰੇਜ਼ਿਨ, ਜਾਂ ਉਹਨੂੰ ਕਿਸੇ ਗਮ ਦੇ ਨਾਲ, ਕਿਸੇ ਅਡੈਸਿਵ ਮਟੀਰੀਅਲ ਦੇ ਨਾਲ, ਸਟੀਲ ਡਿਸਕ ਦੇ ਨਾਲ ਜੋੜਿਆ ਹੋਏਗਾ, ਠੀਕ ਹੈ ਜੀ। ਜਿਹੜਾ ਫ੍ਰਿਕਸ਼ਨ ਮਟੀਰੀਅਲ ਅਸੀਂ ਯੂਜ਼ ਕਰਾਂਗੇ ਉਹਨੂੰ ਜਾਂ ਤਾਂ ਰਿਵਟ ਦੇ ਨਾਲ ਜੋੜਿਆ ਜਾਊਗਾ ਜਾਂ ਫਿਰ ਕਿਸੇ ਅਡੈਸਿਵ ਮਟੀਰੀਅਲ ਦੇ ਨਾਲ ਉਹਨੂੰ ਜੋੜਿਆ ਜਾਊਗਾ। ਬਾਈਂਡਡ ਬਾਏ ਰੇਜ਼ਿਨ ਦਾ ਮਤਲਬ ਇਹੀ ਹੈ ਵੀ ਕਿਸੇ ਅਡੈਸਿਵ ਮਟੀਰੀਅਲ ਦੇ ਨਾਲ ਉਹਨੂੰ ਜੋੜਿਆ ਗਿਆ। ਨੈਕਸਟ, ਇਨ ਦਿਸ ਟਾਈਪ ਆਫ ਕਲਚ ਦੇਅਰ ਇਜ਼ ਮੋਰ ਵੀਅਰ ਐਂਡ ਹੀਟ ਰਾਈਜ਼ਿੰਗ ਐਂਡ ਇਟ ਇਜ਼ ਆਲਸੋ ਡਿਫਿਕਲਟ ਟੂ ਕੰਟਰੋਲ। ਕਹਿੰਦੇ ਇਸ ਤਰ੍ਹਾਂ ਦੇ ਕਲਚ ਦੇ ਵਿੱਚ ਕੀ ਹੁੰਦਾ, ਮੋਰ ਵੀਅਰ ਐਂਡ ਹੀਟ ਰਾਈਜ਼ਿੰਗ। ਜਿਹੜਾ ਵੀਅਰ ਐਂਡ ਟੀਅਰ ਹੈ ਫ੍ਰਿਕਸ਼ਨ ਕਲਚ ਦੇ ਵਿੱਚ ਉਹ ਜ਼ਿਆਦਾ ਹੁੰਦਾ ਹੈ, ਅਤੇ ਜਿਹੜੀ ਹੀਟ ਰਾਈਜ਼ਿੰਗ ਹੈ ਉਹ ਵੀ ਜ਼ਿਆਦਾ ਹੈ। ਹੀਟ ਰਾਈਜ਼ਿੰਗ ਦਾ ਮਤਲਬ ਕੀ ਹੈ, ਹੀਟ ਜਿਹੜੀ ਹੈ ਜਦੋਂ ਫ੍ਰਿਕਸ਼ਨ ਪੈਦਾ ਹੁੰਦਾ, ਫ੍ਰਿਕਸ਼ਨ ਦੇ ਨਾਲ ਹੀਟ ਪੈਦਾ ਹੁੰਦੀ ਹੈ, ਉਹ ਹੀਟ ਜਿਹੜੀ ਹੈ ਜਿੱਦਾਂ ਜਿੱਦਾਂ ਕਲਚ ਚੱਲਦਾ ਗੱਡੀ ਚੱਲਦੀ ਜਾਂਦੀ ਹੈ ਹੀਟ ਵੱਧਦੀ ਜਾਂਦੀ ਹੈ। ਐਂਡ ਇਟ ਇਜ਼ ਆਲਸੋ ਡਿਫਿਕਲਟ ਟੂ ਕੰਟਰੋਲ। ਫਿਰ ਉਸ ਚੀਜ਼ ਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਹੜੀ ਹੀਟ ਵਧੇਗੀ ਉਸ ਹੀਟ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਏਗਾ। ਦੇਅਰ ਆਰ ਮੋਰ ਸ਼ੌਕਸ ਆਲਸੋ। ਇਸ ਤੋਂ ਇਲਾਵਾ ਜਿਹੜੇ ਸ਼ੌਕ ਨੇ, ਜਿਹੜੇ ਝਟਕੇ ਨੇ, ਜਦੋਂ ਵੀ ਕਿਸੇ ਚੀਜ਼ ਨੇ ਘੁੰਮਣਾ ਹੈ, ਕਲਚ ਬਲੇਡ ਨੇ ਘੁੰਮਣਾ ਹੈ, ਕਲਚ ਬਲੇਡ ਨੇ ਕੀ ਕਰਨਾ ਹੈ, ਇੰਜਨ ਦੀ ਪਾਵਰ ਨੂੰ ਅੱਗੇ ਗੀਅਰ ਬਾਕਸ ਵੱਲ ਟਰਾਂਸਫਰ ਕਰਨਾ ਹੈ। ਹੁਣ ਜਦੋਂ ਇੰਜਨ ਦੀ ਪਾਵਰ ਨੂੰ ਅੱਗੋਂ ਗੀਅਰ ਬਾਕਸ ਵੱਲ ਟਰਾਂਸਫਰ ਕਰਨਾ ਹੈ, ਉਦੋਂ ਕੀ ਹੋਣਾ ਹੈ, ਸ਼ੌਕਸ ਵੀ ਪੈਦਾ ਹੋਣੇ ਨੇ, ਝਟਕੇ ਵੀ ਪੈਦਾ ਹੋਣੇ ਨੇ। ਆਲਟਰਨੇਟਿਵਲੀ ਕਲਚ ਪਲੇਟ ਹੈਵਿੰਗ ਕੁਸ਼ਨਿੰਗ ਸਪਰਿੰਗਸ ਕਮ ਇਨ ਟੂ ਪਲੇ। ਫਿਰ ਕੀ ਹੁੰਦਾ, ਉਹਨਾਂ ਝਟਕਿਆਂ ਨੂੰ ਰੋਕਣ ਦੇ ਲਈ ਇਹ ਜਿਹੜੇ ਕੁਸ਼ਨਿੰਗ ਸਪਰਿੰਗਸ ਨੇ ਇਹ ਕੰਮ ਕਰਦੇ ਨੇ। ਇਹ ਦੇਖੋ ਇਹ ਜਿਹੜੇ 4 ਕੁਸ਼ਨਿੰਗ ਸਪਰਿੰਗਸ ਲੱਗੇ ਨੇ, ਇਹਨਾਂ ਦਾ ਕੰਮ ਕੀ ਹੈ ਵੀ ਜਿਹੜੇ ਸ਼ੌਕਸ ਪੈਦਾ ਹੁੰਦੇ ਪਏ ਨੇ ਨਾ, ਜਿਹੜੇ ਝਟਕੇ ਪੈਦਾ ਹੁੰਦੇ ਪਏ ਨੇ ਉਹਨਾਂ ਨੂੰ ਰੋਕਣਾ,
जिन्ना मैक्सीमम ਉਹਨੂੰ रोक सकते हैं ਉਹਨੂੰ रोकने की कोशिश करनी। इट प्रोवाइड्स ਸਮੂਥਰ ਅੰਗੇਜਮੈਂਟ। ਜਿਹੜੇ ਸਪਰਿੰਗਸ ਲੱਗੇ ਨੇ ਉਹਨਾਂ ਦਾ ਕੰਮ ਕੀ ਹੈ, ਅੰਗੇਜਮੈਂਟ ਨੂੰ ਸਮੂਥ ਕਰਨਾ। ਮਤਲਬ ਜਦੋਂ ਕਲਚ ਨੇ ਅੰਗੇਜ ਹੋਣਾ ਹੈ ਜਾਂ ਕਲਚ ਨੇ ਡਿਸਅੰਗੇਜ ਹੋਣਾ ਹੈ, ਪ੍ਰੈਸ਼ਰ ਪਲੇਟ ਨੇ ਫੋਰਸ ਪਾਣੀ ਹੈ ਅਤੇ ਕਲਚ ਨੇ ਅੰਗੇਜ ਕਰ ਜਾਣਾ ਹੈ, ਪ੍ਰੈਸ਼ਰ ਪਲੇਟ ਨੇ ਆਪਣੀ ਫੋਰਸ ਹਟਾਉਣੀ ਹੈ ਅਤੇ ਕਲਚ ਨੇ ਡਿਸਅੰਗੇਜ ਕਰ ਦੇਣਾ। ਇਹਨਾਂ ਨੇ ਕੀ ਪ੍ਰੋਵਾਈਡ ਕਰਨਾ, ਇੱਕ ਸਮੂਥਰ ਅੰਗੇਜਮੈਂਟ ਪ੍ਰੋਵਾਈਡ ਕਰਨੀ ਹੈ ਤਾਂ ਜੋ ਕਲਚ ਜਿਹੜਾ ਹੈ ਸਮੂਥਲੀ ਵਿਦ ਦੀ ਹੈਲਪ ਆਫ ਪ੍ਰੈਸ਼ਰ ਪਲੇਟ ਫਲਾਈ ਵੀਲ ਦੇ ਨਾਲ ਅਟੈਚ ਹੋ ਸਕੇ। ਬਟ ਦੇਅਰ ਇਜ਼ ਅਨਦਰ ਪ੍ਰੋਬਲਮ ਆਫ ਟੋਰਸ਼ਨਲ ਵਾਈਬ੍ਰੇਸ਼ਨਸ। ਕਹਿੰਦੇ ਇਸ ਤੋਂ ਇਲਾਵਾ ਇੱਕ ਪ੍ਰੋਬਲਮ ਹੋਰ ਵੀ ਆਉਂਦੀ ਹੈ, ਉਹ ਹੈ ਜੀ ਟੋਰਸ਼ਨਲ ਵਾਈਬ੍ਰੇਸ਼ਨਸ। ਟੋਰਸ਼ਨਲ ਵਾਈਬ੍ਰੇਸ਼ਨਸ ਕਿਹੜੀਆਂ ਨੇ, ਜਿਹੜੀ ਇੰਜਨ ਦੀ ਟੋਰਕ ਹੈ ਉਹਨੇ ਜਦੋਂ ਗੀਅਰ ਬਾਕਸ ਵੱਲ ਜਾਣਾ ਹੈ ਜਾਂ ਟਰਾਂਸਮਿਸ਼ਨ ਵੱਲ ਜਾਣਾ ਹੈ, ਉਦੋਂ ਜਿਹੜੀਆਂ ਵਾਈਬ੍ਰੇਸ਼ਨਸ ਪੈਦਾ ਹੋਣੀਆਂ ਨੇ ਉਹ ਸਾਰੀਆਂ ਵਾਈਬ੍ਰੇਸ਼ਨਸ ਨੇ ਟੋਰਸ਼ਨਲ ਵਾਈਬ੍ਰੇਸ਼ਨਸ। ਠੀਕ ਹੈ। ਇੱਕ ਪ੍ਰੋਬਲਮ ਹੋਰ ਉਹਨਾਂ ਨੇ ਦੱਸਤੀ ਵੀ ਟੋਰਸ਼ਨਲ ਵਾਈਬ੍ਰੇਸ਼ਨਸ ਜਿਹੜੀਆਂ ਨੇ ਉਹ ਵੀ ਪੈਦਾ ਹੋਣਗੀਆਂ। ਟੂ ਅਵੋਇਡ ਦਿਸ ਵਾਈਬ੍ਰੇਸ਼ਨ ਟੋਰਸ਼ਨਲ ਸਪਰਿੰਗਸ ਆਰ ਆਲਸੋ ਪ੍ਰੋਵਾਈਡਡ ਇਨ ਦੀ ਕਲਚ ਪਲੇਟ ਅਸੈਂਬਲੀ। ਉਹ ਕਹਿੰਦੇ ਟੋਰਸ਼ਨਲ ਵਾਈਬ੍ਰੇਸ਼ਨਸ ਨੂੰ ਘਟਾਉਣ ਦੇ ਲਈ ਜਿਹੜੇ ਟੋਰਸ਼ਨਲ ਸਪਰਿੰਗਸ ਨੇ ਉਹ ਵੀ ਪ੍ਰੋਵਾਈਡ ਕੀਤੇ ਗਏ ਨੇ। ਇਹ ਜਿਹੜੇ ਸਪਰਿੰਗਸ ਨੇ ਇਹਨਾਂ ਨੇ ਟੋਰਸ਼ਨ ਜਿਹੜੀ ਹੈ, ਟੋਰਕ ਜਿਹੜੀ ਹੈ ਉਹਨਾਂ ਤੋਂ ਜਿਹੜੀ ਪੈਦਾ ਹੁੰਦੀਆਂ ਵਾਈਬ੍ਰੇਸ਼ਨਸ ਉਹਨੂੰ ਵੀ ਘਟਾਉਣਾ ਹੈ। ਇਸ ਤੋਂ ਇਲਾਵਾ ਜਿਹੜੀਆਂ ਵੈਸੇ ਸ਼ੌਕਸ ਪੈਦਾ ਹੋਏ ਉਦੋਂ ਜਿਹੜੀਆਂ ਵਾਈਬ੍ਰੇਸ਼ਨਸ ਪੈਦਾ ਹੋਈਆਂ ਉਹਨਾਂ ਨੂੰ ਵੀ ਘਟਾਇਆ। ਜਿਹੜੇ ਅਸੀਂ ਟੋਰਸ਼ਨਲ ਸਪਰਿੰਗ ਯੂਜ਼ ਕਰਦੇ ਹਾਂ ਉਹ ਕੋਇਲ ਸਪਰਿੰਗ ਹੋਣਗੇ। ਇਹ ਦੇਖੋ, ਇਹ ਕੋਇਲ ਸਪਰਿੰਗ ਜਿਹੜੇ ਲੱਗੇ ਨੇ ਇਹ ਟੋਰਸ਼ਨਲ ਸਪਰਿੰਗ ਦਾ ਕੰਮ ਕਰਨਗੇ। ਫਿਗਰ ਸ਼ੋਜ਼ ਦੀ ਕੰਸਟਰਕਸ਼ਨ ਆਫ ਏ ਟਿਪੀਕਲ ਕਲਚ ਪਲੇਟ ਇੰਪਲੋਇੰਗ ਕੁਸ਼ਨਿੰਗ ਸਪਰਿੰਗਸ ਐਂਡ ਟੋਰਸ਼ਨਲ ਸਪਰਿੰਗਸ। ਜਿਹੜੀ ਫਿਗਰ ਹੈ, ਫਿਗਰ ਤੋਂ ਤੁਸੀਂ ਇੱਕ ਟਿਪੀਕਲ ਜਿਹੜੀ ਕਲਚ ਪਲੇਟ ਹੈ ਉਹ ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਕੀ ਹੈ ਕੁਸ਼ਨਿੰਗ ਸਪਰਿੰਗ ਜਾਂ ਟੋਰਸ਼ਨਲ ਸਪਰਿੰਗ ਜਿਹੜੇ ਨੇ ਉਹ ਲੱਗੇ ਨੇ। ਇਹਨਾਂ ਨੇ ਇੱਕ ਤਰ੍ਹਾਂ ਕੁਸ਼ਨ ਦਾ ਕੰਮ ਵੀ ਕਰਨਾ ਹੈ ਅਤੇ ਇਹਨਾਂ ਨੇ ਜਿਹੜੀਆਂ ਟੋਰਸ਼ਨਲ ਵਾਈਬ੍ਰੇਸ਼ਨਸ ਨੇ ਉਹਨਾਂ ਨੂੰ ਵੀ ਡੈਂਪ ਡਾਊਨ ਕਰਨ ਦਾ ਕੰਮ ਕਰਨਾ ਹੈ, ਉਹਨਾਂ ਨੂੰ ਵੀ ਘਟਾਉਣ ਦਾ ਕੰਮ ਕਰਨਾ ਹੈ। ਦੇਅਰ ਆਰ 2 ਆਊਟਰ ਰਿੰਗਸ ਔਨ ਵਿਚ ਫ੍ਰਿਕਸ਼ਨਲ ਮਟੀਰੀਅਲ ਇਜ਼ ਬਾਊਂਡਡ। ਕਹਿੰਦੇ 2 ਰਿੰਗਸ ਨੇ, ਇੱਕ ਰਿੰਗ ਬਾਹਰ ਵਾਲੀ, ਇੱਕ ਰਿੰਗ ਇਹ ਵਾਲੀ। ਠੀਕ ਹੈ ਜੀ, ਇੱਕ ਰਿੰਗ ਇਹ ਬਣ ਗਈ, ਇੱਕ ਰਿੰਗ ਬਾਹਰ ਵਾਲੀ ਬਣ ਗਈ। ਇਸ ਕਰਕੇ ਉਹਨਾਂ ਨੇ ਕਿਹਾ ਤਾਂ 2 ਆਊਟਰ ਰਿੰਗਸ, 2 ਰਿੰਗਸ ਨੇ ਜਿਨ੍ਹਾਂ ਦੇ ਉੱਤੇ ਕੀ ਹੈ ਫ੍ਰਿਕਸ਼ਨਲ ਮਟੀਰੀਅਲ ਨੂੰ ਬਾਈਂਡ ਕੀਤਾ ਗਿਆ, ਫ੍ਰਿਕਸ਼ਨਲ ਮਟੀਰੀਅਲ ਨੂੰ ਜੋੜਿਆ ਗਿਆ। ਫ੍ਰਿਕਸ਼ਨਲ ਮਟੀਰੀਅਲ ਜਾਂ ਤਾਂ ਰਿਵਟਸ ਦੇ ਨਾਲ ਜੁੜੇਗਾ ਜਾਂ ਫਿਰ ਕਿਸੇ ਅਡੈਸਿਵ ਮਟੀਰੀਅਲ ਦੇ ਨਾਲ ਜੁੜੇਗਾ, ਜਿਵੇਂ ਗਮ ਵਗੈਰਾ ਹੁੰਦੀ ਹੈ ਉਹਦੇ ਨਾਲ ਇਹਨੂੰ ਆਪਾਂ ਬਾਈਂਡ ਕੀਤਾ, ਜੋੜਿਆ। ਬਿਟਵੀਨ ਥੀਸ ਰਿੰਗਸ ਦੇਅਰ ਆਰ ਕੁਸ਼ਨਿੰਗ ਸਪਰਿੰਗਸ। ਇਹਨਾਂ ਰਿੰਗਸ ਦੇ ਵਿਚਕਾਰ ਕੀ ਹੈ ਕੁਸ਼ਨਿੰਗ ਸਪਰਿੰਗਸ ਲੱਗੇ ਨੇ। ਕੁਸ਼ਨਿੰਗ ਸਪਰਿੰਗਸ ਦਾ ਕੰਮ ਕੀ ਹੈ, ਅੰਗੇਜਮੈਂਟ ਨੂੰ ਸਮੂਥ ਕਰਨਾ, ਅੰਗੇਜਮੈਂਟ ਅਤੇ ਡਿਸਅੰਗੇਜਮੈਂਟ ਨੂੰ ਸਮੂਥ ਕਰਨਾ। ਮਤਲਬ ਇਹ ਜਿਹੜੀ ਡਿਸਕ ਹੈ, ਇਹ ਡਿਸਕ ਦੇ ਵਿਚਕਾਰ ਵੀ ਸਪਰਿੰਗਸ ਲੱਗੇ ਨੇ ਜਿਨ੍ਹਾਂ ਦਾ ਕੰਮ ਕੀ ਹੈ ਅੰਗੇਜਮੈਂਟ ਅਤੇ ਡਿਸਅੰਗੇਜਮੈਂਟ ਜਿਹੜੀ ਹੈ ਉਹਨੂੰ ਸਮੂਥ ਕਰਨ ਦੇ ਵਿੱਚ ਹੈਲਪ ਕਰਨੀ। ਟੋਰਸ਼ਨਲ ਸਪਰਿੰਗਸ ਦਾ ਕੰਮ ਕੀ ਸੀਗਾ, ਜਿਹੜੀ ਟੋਰਕ ਨੇ, ਜਿਹੜੀ ਟੋਰਸ਼ਨ ਦੇ ਕਾਰਨ, ਟੋਰਕ ਦੇ ਕਾਰਨ ਜਿਹੜੀਆਂ ਵਾਈਬ੍ਰੇਸ਼ਨਸ ਪੈਦਾ ਹੋਈਆਂ ਉਹਨਾਂ ਨੂੰ ਘੱਟ ਕਰਨਾ। These springs are nothing but cupped segments attached to the inner hub with the help of rivets। ਕਹਿੰਦੇ ਜਿਹੜੇ ਕੁਸ਼ਨਿੰਗ ਸਪਰਿੰਗਸ ਨੇ ਇਹ ਦੇਖਣ ਦੇ ਵਿੱਚ ਸਪਰਿੰਗਸ ਵਾਂਗੂ ਨਹੀਂ ਲੱਗਦੇ। These springs are nothing, ਇਹ ਕੁਛ ਵੀ ਨਹੀਂ ਹੈ, ਬਟ ਸੈਗਮੈਂਟਸ ਨੇ, ਪੀਸ ਨੇ, ਕਪਡ ਪੀਸ ਨੇ, attached to the inner hub with the help of rivets, ਜਿਹਨੂੰ ਰਿਵਿਟਸ ਦੇ ਇਨਰ ਹਬ ਦੇ ਨਾਲ, ਜਿਹਨੂੰ ਆਪਣਾ ਹਬ ਦੇ ਇਨਰ ਪੋਰਸ਼ਨ ਦੇ ਨਾਲ ਰਿਵਿਟਸ ਦੇ ਨਾਲ ਜੋੜਿਆ ਗਿਆ। ਜਿਹੜੇ ਟੋਰਸ਼ਨਲ ਸਪਰਿੰਗਸ ਨੇ, ਟੋਰਸ਼ਨਲ ਸਪਰਿੰਗਸ ਨੇ ਕੀ ਕਰਨਾ ਹੈ, ਟੋਰਕ ਟਰਾਂਸਮਿਟ ਕਰਨ ਦੇ ਕਾਰਨ ਜਿਹੜੀਆਂ ਵਾਈਬ੍ਰੇਸ਼ਨਸ ਪੈਦਾ ਹੋਈਆਂ ਉਹਨਾਂ ਨੂੰ ਡੈਂਪ ਡਾਊਨ ਕਰਨਾ ਹੈ। ਅਤੇ ਦੂਜੇ ਸਾਈਡ 'ਤੇ ਜਿਹੜੇ ਅਸੀਂ ਕੁਸ਼ਨਿੰਗ ਸਪਰਿੰਗਸ ਦੀ ਗੱਲ ਕਰਦੇ ਪਏ ਹਾਂ, ਕੁਸ਼ਨਿੰਗ ਸਪਰਿੰਗਸ ਦਾ ਕੰਮ ਕੀ ਹੈ, ਕੁਸ਼ਨਿੰਗ ਸਪਰਿੰਗਸ ਦਾ ਕੰਮ ਹੈ ਸਿਰਫ ਅਤੇ ਸਿਰਫ ਅੰਗੇਜਮੈਂਟ ਨੂੰ ਸਮੂਥ ਕਰਨ ਦੇ ਲਈ ਜਿਹੜੀ ਸਪਰਿੰਗਸ ਨੇ ਉਹ ਨੇ, ਸਿਰਫ ਅੰਗੇਜਮੈਂਟ ਜਿਹੜੀ ਹੈ ਉਹ ਸਮੂਥ ਹੋਵੇ। ਔਨ ਦੀ ਬੋਥ ਸਾਈਡਸ ਆਫ ਕੁਸ਼ਨਿੰਗ ਸਪਰਿੰਗਸ ਦੀ ਫ੍ਰਿਕਸ਼ਨ ਫੇਸਿੰਗ ਪਲੇਟਸ ਆਰ ਰਿਵਟਡ। ਕਹਿੰਦੇ ਕੁਸ਼ਨਿੰਗ ਸਪਰਿੰਗ ਦੇ ਦੋਨੋਂ ਪਾਸੇ ਜਿਹੜੀਆਂ ਫ੍ਰਿਕਸ਼ਨ ਫੇਸਿੰਗ ਦੀਆਂ ਪਲੇਟਸ ਨੇ ਉਹਨਾਂ ਨੂੰ ਰਿਵਟ ਕੀਤਾ ਗਿਆ ਹੈ, ਯਾਨੀ ਕਿ ਫ੍ਰਿਕਸ਼ਨ ਮਟੀਰੀਅਲ ਜਿਹੜਾ ਹੈ ਉਹ ਅਟੈਚ ਕੀਤਾ ਗਿਆ ਹੈ। ਦੀ ਇਨਰ ਹਬ ਇਜ਼ ਸਪਲਾਈਡ ਐਂਡ ਦੇਅਰ ਆਰ ਸਲੋਟਸ
in which slightly compressed coil springs are placed। ਜਿਹੜੀ ਇਨਰ ਹੱਬ ਹੈ, ਸੈਂਟਰ ਵਾਲੀ ਜਿਹੜੀ ਹੱਬ ਹੈ ਉਹ ਸਪਲਾਈਡ ਹੈ, ਉਹ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਵੀ ਇਨਰ ਹੱਬ ਜਿਹੜੀ ਹੈ ਉਹ ਸਪਲਾਈਡ ਹੈ। ਐਂਡ ਦੇਅਰ ਆਰ ਸਲੋਟਸ, ਅਤੇ ਉਹਦੇ ਵਿੱਚ ਕੀ ਨੇ, ਸਲੋਟਸ ਨੇ, ਇਨ ਵਿਚ ਸਲਾਈਟਲੀ ਕੰਪਰੈਸਡ ਕੋਇਲ ਸਪਰਿੰਗਸ ਆਰ ਪਲੇਸਡ, ਅਤੇ ਜਿਨ੍ਹਾਂ ਦੇ ਵਿੱਚ ਜਿਹੜੇ ਸਲੋਟ ਨੇ ਉਹਨਾਂ ਸਲੋਟਸ ਦੇ ਵਿੱਚ ਕੰਪਰੈਸਡ ਕੋਇਲ ਸਪਰਿੰਗਸ ਨੂੰ ਅਟੈਚ ਕੀਤਾ ਗਿਆ। ਥੀਸ ਸਪਰਿੰਗਸ ਆਰ ਕਾਲਡ ਟੋਰਸ਼ਨਲ ਸਪਰਿੰਗਸ। ਇਹਨਾਂ ਸਪਰਿੰਗਸ ਨੂੰ ਅਸੀਂ ਟੋਰਸ਼ਨਲ ਸਪਰਿੰਗਸ ਦਾ ਨਾਮ ਦਿੰਦੇ ਹਾਂ, ਇਹ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ। ਲਾਸਟ ਕੀ ਕਹਿੰਦੇ ਹੋ, ਦੀ ਕਲਚ ਪਲੇਟ ਫ੍ਰਿਕਸ਼ਨ ਮਟੀਰੀਅਲ ਇਜ਼ ਆਲਸੋ ਪਰਫੋਰੇਟਿਡ। ਕਹਿੰਦੇ ਜਿਹੜਾ ਕਲਚ ਪਲੇਟ ਦਾ ਫ੍ਰਿਕਸ਼ਨ ਮਟੀਰੀਅਲ ਹੈ ਉਹ ਪਰਫੋਰੇਟਿਡ ਹੈ। ਪਰਫੋਰੇਟਿਡ ਦਾ ਮਤਲਬ ਕੀ ਹੈ ਵੀ ਜਿਹੜਾ ਫ੍ਰਿਕਸ਼ਨ ਮਟੀਰੀਅਲ ਹੈ ਉਹਦੇ ਵਿੱਚ ਜਿਹੜੇ ਨੇ ਛੋਟੇ ਛੋਟੇ ਹੋਲਸ ਨੇ, ਉਹ ਹੋਲਸ ਕਿਉਂ ਨੇ, ਟੂ ਡਿਸੀਪੇਟ ਦੀ ਹੀਟ ਐਨਰਜੀ ਜਨਰੇਟਿਡ ਬਾਏ ਫ੍ਰਿਕਸ਼ਨ, ਤਾਂ ਜੋ ਜਿਹੜੀ ਫ੍ਰਿਕਸ਼ਨ ਦੇ ਨਾਲ ਹੀਟ ਐਨਰਜੀ ਪੈਦਾ ਹੋਈ ਉਸ ਹੀਟ ਐਨਰਜੀ ਨੂੰ ਬਾਹਰ ਕੱਢਿਆ ਜਾ ਸਕੇ। ਮਤਲਬ ਇਹ ਜਿਹੜਾ ਫ੍ਰਿਕਸ਼ਨ ਮਟੀਰੀਅਲ ਹੈ, ਇਸ ਫ੍ਰਿਕਸ਼ਨ ਮਟੀਰੀਅਲ ਦੇ ਅੰਦਰ ਛੋਟੇ ਛੋਟੇ ਹੋਲਸ ਕੀਤੇ ਗਏ ਨੇ, ਉਹਨਾਂ ਨੂੰ ਪਰਫੋਰੇਟ ਕੀਤਾ ਗਿਆ। ਪਰਫੋਰੇਟ ਕਿਉਂ ਕੀਤਾ ਗਿਆ, ਤਾਂ ਜੋ ਜਿਹੜੀ ਹੀਟ ਪੈਦਾ ਹੁੰਦੀ ਵੀ ਫ੍ਰਿਕਸ਼ਨ ਦੇ ਕਾਰਨ ਉਸ ਹੀਟ ਨੂੰ ਈਜ਼ੀਲੀ ਰਿਮੂਵ ਕੀਤਾ ਜਾ ਸਕੇ, ਬਾਹਰ ਕੱਢਿਆ ਜਾ ਸਕੇ। ਇਸ ਕਰਕੇ ਫ੍ਰਿਕਸ਼ਨ ਮਟੀਰੀਅਲ ਨੂੰ ਅਸੀਂ ਕੀ ਕੀਤਾ, ਪਰਫੋਰੇਟ ਕਰਤਾ। commonly used clutch facing materials are leather, asbestos, fabric etc। ਕਲਚ ਫੇਸਿੰਗ ਵਾਸਤੇ ਅਸੀਂ ਜਿਹੜਾ ਮਟੀਰੀਅਲ ਯੂਜ਼ ਕਰਦੇ ਪਏ ਆ ਉਹ ਕਿਹੜਾ ਹੈ ਜੀ, ਲੈਦਰ। ਜਾਂ ਤਾਂ ਲੈਦਰ ਯੂਜ਼ ਕਰਾਂਗੇ, ਜਾਂ ਅਸੀਂ ਅਸਬੈਸਟੋਸ ਯੂਜ਼ ਕਰਾਂਗੇ, ਅਸਬੈਸਟੋਸ ਇੱਕ ਮਟੀਰੀਅਲ ਹੈ, ਜਾਂ ਅਸੀਂ ਅਸਬੈਸਟੋਸ ਯੂਜ਼ ਕਰਾਂਗੇ, ਜਾਂ ਫਿਰ ਫੈਬਰਿਕ, ਸਪੈਸ਼ਲ ਕਿਸਮ ਦਾ ਇੱਕ ਕੱਪੜਾ ਆਉਂਦਾ ਹੈ, ਉਹਨੂੰ ਅਸੀਂ ਯੂਜ਼ ਕਰਾਂਗੇ ਇਸ ਫ੍ਰਿਕਸ਼ਨ ਮਟੀਰੀਅਲ ਦੀ ਲਾਈਨਿੰਗ ਨੂੰ ਬਣਾਉਣ ਦੇ ਲਈ। ਠੀਕ ਹੈ ਜੀ। ਅੱਜ ਦਾ ਟੌਪਿਕ ਅਸੀਂ ਜਿਹੜਾ ਡਿਸਕਸ ਕੀਤਾ ਉਹ ਸੀਗਾ ਕਲਚ ਪਲੇਟ ਕੰਸਟਰਕਸ਼ਨ। ਇੰਪੋਰਟੈਂਟ, ਇਹਨੂੰ ਡਿਸਕਸ ਕਰਨਾ ਇੰਪੋਰਟੈਂਟ ਸੀਗਾ ਕਿਉਂਕਿ ਜਿੰਨੇ ਵੀ ਆਪਾਂ ਡਿਸਕ ਕਲਚ ਪੜ੍ਹਾਂਗੇ ਅੱਗੇ, ਹੁਣ ਸੈਮੀ ਸੈਂਟਰੀਫਿਊਗਲ ਕਲਚ ਆਏਗਾ, ਉਹਦੇ 'ਚ ਵੀ ਕਲਚ ਪਲੇਟ ਯੂਜ਼ ਹੋਏਗੀ, ਉਹਦੇ 'ਚ ਵੀ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਕਲਚ ਪਲੇਟ ਬਾਰੇ ਸਿੰਗਲ ਪਲੇਟ 'ਚ ਵੀ ਅਸੀਂ ਇਹਦੇ ਬਾਰੇ ਪੜ੍ਹਿਆ ਹੈ, ਮਲਟੀ ਪਲੇਟ 'ਚ ਵੀ ਅਸੀਂ ਇਹਦੇ ਬਾਰੇ ਪੜ੍ਹਿਆ ਹੈ। ਸੋ ਤੁਹਾਨੂੰ ਕਲਚ ਪਲੇਟ ਦੀ ਕੰਸਟਰਕਸ਼ਨ ਬਾਰੇ ਪਤਾ ਹੋਣਾ ਚਾਹੀਦਾ, ਇਸ ਕਰਕੇ ਇਹ ਟੌਪਿਕ ਨੂੰ ਡਿਸਕਸ ਕੀਤਾ ਗਿਆ। ਹੁਣ ਨੈਕਸਟ ਲੈਕਚਰ ਦੇ ਵਿੱਚ ਅਸੀਂ ਬਾਕੀ ਕਲਚ ਟਾਈਪਸ ਨੂੰ ਡਿਸਕਸ ਕਰਾਂਗੇ। ਫਿਲਹਾਲ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ।